ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ 8ਵੀਂ ਜਮਾਤ ਦਾ ਚੈਪਟਰ ਨੰਬਰ 20 ਛੱਲੀਆਂ ਦੇ ਰਾਖੇ ਪੜ੍ਹਾਂਗੇ। ਇਸ ਚੈਪਟਰ ਦੇ ਵਿੱਚ ਜੋ ਕਹਾਣੀ ਹੈ ਉਹ ਇੱਕ ਕਾਂ ਦੀ ਹੈ ਅਤੇ ਇਸ ਦੇ ਵਿੱਚ ਇਸ ਪਾਠ ਦੇ ਲੇਖਕ ਡਾਕਟਰ ਗੁਰਮੀਤ ਸਿੰਘ ਬੈਦਵਾਨ ਜੀ ਇੱਕ ਆਪਣੀ ਕਹਾਣੀ ਦੇ ਨਾਲ ਅਤੇ ਇੱਕ ਪੰਛੀਆਂ ਦੀ ਕਹਾਣੀ ਨੂੰ ਪੇਸ਼ ਕਰਦੇ ਨੇ। ਆਪਾਂ ਇਸ ਚੈਪਟਰ ਨੂੰ ਇਨ ਬਿਨ ਜੋ ਸਾਨੂੰ ਚੈਪਟਰ ਪਾਠ ਦੇ ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਾਠ ਪੁਸਤਕ ਦੇ ਵਿੱਚ ਦਿੱਤਾ ਹੋਇਆ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਵਿੱਚ ਇਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ। ਆਓ ਪੜ੍ਹਦੇ ਹਾਂ ਚੈਪਟਰ ਕਿ ਭਾਦੋਂ ਦੇ ਪਹਿਲੇ ਪੱਖ ਇੱਕ ਸਾਲ ਝੜੀ ਲੱਗ ਗਈ। ਹੁਣ ਲੇਖਕ ਦੱਸਦਾ ਕਿ ਭਾਦੋਂ ਦਾ ਮਹੀਨਾ ਉਹਦੇ ਪਹਿਲੇ ਪੱਖ ਪਹਿਲੀ ਤਰੀਕ ਨੂੰ ਮਤਲਬ ਭਾਦੋਂ ਦੇ ਪਹਿਲੇ ਪੱਖ ਵਿੱਚ ਇੱਕ ਝੜੀ ਲੱਗ ਗਈ। ਝੜੀ ਤੋਂ ਭਾਵ ਹੁੰਦਾ ਰੁਕ ਰੁਕ ਕੇ ਬਾਰਿਸ਼ ਦਾ ਹੋਣਾ। 3-4 ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ, ਚਾਰੇ ਪਾਸੇ ਜਲ ਥਲ ਹੋ ਗਿਆ। ਮੀਂਹ ਰੁਕੇ ਅਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਅਤੇ ਚੋਗ ਲਈ ਉਡਾਣ ਭਰਦੇ, ਪਰ ਕਿੱਥੇ ਇੰਨੀ ਦੇਰ ਨੂੰ ਤਾਂ ਬਾਰਿਸ਼ ਫੇਰ ਆ ਜਾਂਦੀ। ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਅਸੀਂ ਚੱਲਦੇ ਪਾਣੀ ਵਾਂਗ ਪਾਣੀ ਵਿੱਚ ਮੰਜੀਆਂ ਡਾਹ ਕੇ ਪਸ਼ੂਆਂ ਲਈ ਹਰਾ ਚਾਰਾ ਵੱਢਦੇ। ਜੇ ਪਸ਼ੂ ਚਰਨ ਲਈ ਬਾਹਰ ਛੱਡੇ ਜਾਂਦੇ ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ ਨਿੱਕਾ ਘਾਹ ਪਾਣੀ 'ਚ ਨਜ਼ਰ ਨਹੀਂ ਸੀ ਆਉਂਦਾ। ਹੁਣ ਬੇਟਾ ਲਗਾਤਾਰ ਰੁਕ ਰੁਕ ਕੇ ਜਿਹੜੀ ਬਾਰਿਸ਼ ਪੈਂਦੀ ਹੈ, ਬਾਰਿਸ਼ ਪੈਣ ਨਾਲ ਚਾਰੇ ਪਾਸੇ ਜਲ ਸਥਲ ਹੋ ਜਾਂਦਾ ਅਤੇ ਉਹ ਕਹਿੰਦੇ ਨੇ ਕਿ ਜਿਹੜਾ ਪਸ਼ੂਆਂ ਦੇ ਚਰਨ ਵਾਲਾ ਛੋਟਾ ਛੋਟਾ ਘਾਹ ਸੀ ਉਹ ਪਾਣੀ ਵਿੱਚ ਡੁੱਬ ਚੁੱਕਿਆ। ਅਤੇ ਜਿਹੜੀ ਇਹਨਾਂ ਦੇ ਮਤਲਬ ਖੇਤ ਦੇ ਵਿੱਚ ਲੇਖਕ ਦੇ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਬੇਟਾ ਬਾਜਰਾ ਚਰੀ ਜੋ ਵੀ ਉਸ ਟਾਈਮ ਦਾ ਹਰਾ ਚਾਰਾ ਸੀ ਤਾਂ ਉਸ ਕਿਆਰੇ ਦੇ ਵਿੱਚ ਮੰਜੀ ਡਾਹ ਕੇ ਉਹ ਹਰੇ ਨੂੰ ਵੱਢ ਕੇ ਮੰਜੀ 'ਤੇ ਰੱਖਦੇ, ਫਿਰ ਸੁੱਕੇ ਸੁੱਕੇ ਨੂੰ ਦੂਰ ਚੱਕ ਕੇ ਲੈ ਕੇ ਜਾਂਦੇ ਅਤੇ ਇਸ ਤਰ੍ਹਾਂ ਉਹ ਆਪਣਾ ਹਰਾ ਚਾਰਾ ਵੱਢਦੇ। ਉੱਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ। ਜਿੰਨੀ ਕੁ ਦੇਰ ਮੀਂਹ ਰੁਕਿਆ ਰਹਿੰਦਾ ਨਾਲ ਦੇ ਰੁੱਖਾਂ ਤੋਂ ਕਾਂ, ਤੋਤੇ ਅਤੇ ਹੋਰ ਪੰਛੀ ਹੱਲੇ ਕਰ ਆਉਂਦੇ ਅਤੇ ਛੱਲੀਆਂ ਦੀ ਫਰੋਲਾ ਫਰਾਲੀ ਕਰਦੇ। ਹੁਣ ਬੇਟਾ ਬਾਰਿਸ਼ ਦਾ ਦਿਨ ਹੈ ਅਤੇ ਲੇਖਕ ਦੇ ਖੇਤ ਵਿੱਚ ਛੱਲੀਆਂ ਉੱਗੀਆਂ ਨੇ ਅਤੇ ਲੇਖਕ ਦੱਸਦਾ ਕਿ ਲਵੇ ਲਾਉਣੇ ਦੇ ਜਿਹੜੇ ਕਾਂ ਸੀ ਜਾਂ ਤੋਤੇ ਹੋਰ ਪੰਛੀ ਹੱਲਾ ਕਰਨ ਤੋਂ ਭਾਵ ਉਹ ਮਤਲਬ ਉਹ ਛੱਲੀਆਂ ਨੂੰ ਠੂੰਗਣ ਲਈ ਆਉਂਦੇ, ਭਾਵ ਆਪਣਾ ਪੇਟ ਭਰਨ ਲਈ ਆਉਂਦੇ। ਉਸ ਦਿਨ ਦਾ ਖਾਸ ਕਰਕੇ ਉਸ ਦਿਨ ਦੀ ਕਹਾਣੀ ਲੇਖਕ ਨੇ ਇੱਥੇ ਪੇਸ਼ ਕੀਤੀ ਆ। ਮੈਨੂੰ ਅਤੇ ਤਾਏ ਈਸਰ ਨੂੰ ਛੱਲੀਆਂ ਦੀ ਰਾਖੀ ਬੈਠਣਾ ਪੈਂਦਾ। ਰੌਲਾ ਗੌਲਾ ਕੀਤਿਆਂ ਪੰਛੀ ਖੇਤ ਵਿੱਚੋਂ ਉੱਡ ਤਾਂ ਜਾਂਦੇ, ਪਰ ਅੱਖ ਦੇ ਫੋਰ ਨਾਲ ਵਿੱਚ ਛੱਲੀਆਂ ਨੂੰ ਫੇਰ ਆ ਪੈਂਦੇ। ਵੀ ਜਦੋਂ ਅਸੀਂ ਮਾੜੀ ਜਿਹੀ ਅੱਖ ਚਮਕਾਉਂਦੇ ਉਹ ਫੇਰ ਆ ਕੇ ਟਾਂਡਿਆਂ 'ਤੇ ਪੰਛੀ ਸੀ ਜਿਹੜੇ ਡਿੱਗ ਪੈਂਦੇ। ਅਤੇ ਇਸ ਕਰਕੇ ਕਹਿੰਦਾ ਅਸੀਂ ਪੰਛੀ ਨੂੰ ਉਡਾਉਂਦੇ। ਕਿਸ ਤਰ੍ਹਾਂ ਉਡਾਉਂਦੇ ਸਨ? ਤਾਇਆ ਖਾਲੀ ਪੀਪਾ ਖੜਕਾਈ ਜਾਂਦਾ, ਹਤਾੜ ਹਤਾੜ ਕਰਦਿਆਂ ਸਾਡੇ ਸੰਗ ਪਾਟਣ ਨੂੰ ਹੋ ਗਏ। ਹੁਣ ਬੇਟਾ ਹਲਕ ਦਾ ਜ਼ੋਰ ਲੱਗਦਾ, ਹਾ ਹਾ ਕਰਕੇ ਉਹ ਪੰਛੀਆਂ ਨੂੰ ਉਡਾਉਂਦੇ ਨੇ ਲੇਖਕ ਅਤੇ ਉਸਦੇ ਤਾਏ ਦਾ ਨਾਮ ਹੈ ਈਸਰ ਸਿੰਘ। ਪੰਛੀ ਸਾਡੀ ਪੇਸ਼ ਨਹੀਂ ਸੀ ਜਾਣ ਦੇ ਰਹੇ, ਭਾਵ ਪੰਛੀ ਫੇਰ ਆ ਜਾਂਦੇ, ਥੱਕ ਜਾਂਦੇ ਸੀ। ਤਾਇਆ ਬੋਲਿਆ, ਆਪਾਂ ਨੂੰ ਕੁਝ ਕਰਨਾ ਪਊ, ਨਹੀਂ ਤਾਂ ਸਾਰੀਆਂ ਛੱਲੀਆਂ ਨੂੰ ਇਹ ਪੰਛੀ ਹੀ ਚੂੰਡ ਲੈਣਗੇ। ਚੂੰਡ ਤੋਂ ਭਾਵ ਬੇਟਾ ਵੀ ਉਹਦੇ ਦਾਣੇ ਖਾ ਜਾਣਗੇ। ਅਸੀਂ ਮੱਕੀ ਦੇ ਖੇਤ ਵਿੱਚ 4 ਵੱਲੀਆਂ ਗੱਡ ਕੇ ਇਹਨਾਂ ਨਾਲ 2 ਬਾਹੀਆਂ ਰੱਸਿਆਂ ਨਾਲ ਬੰਨ੍ਹ ਲਈਆਂ। ਇਹਨਾਂ ਬਾਹੀਆਂ ਉੱਤੇ ਇੱਕ ਛੋਟਾ ਜਿਹਾ ਮੰਜਾ ਟਿਕਾ ਦਿੱਤਾ। ਇਸ ਤਰ੍ਹਾਂ ਅਸੀਂ ਮੱਕੀ ਦੇ ਖੇਤ ਦੀ ਨਿਗਰਾਨੀ ਲਈ ਉੱਚਾ ਮਣਾ ਬਣਾ ਲਿਆ। ਹੁਣ ਬੇਟਾ ਜਿਹੜਾ ਖੇਤ ਦੇ ਵਿੱਚ 4 ਬੱਲੀਆਂ ਗੱਡ ਕੇ ਉਹਦੇ 2 ਬਾਹੀਆਂ ਦੇ ਉੱਪਰ ਡੰਡੇ ਬੰਨ੍ਹ ਕੇ ਉਹਦੇ ਉੱਪਰ ਮੰਜੀ ਟਿਕਾ ਲਈ। ਬੇਟਾ ਇਹ ਉਹ ਉੱਚੀ ਥਾਂ ਹੁੰਦੀ ਹੈ ਜਿਸ ਦੇ ਉੱਪਰ ਖੜ੍ਹ ਕੇ ਅਸੀਂ ਪੂਰੇ ਖੇਤ ਦੇ ਉੱਪਰ ਨਿਗਾਹ ਰੱਖ ਸਕਦੇ ਹਾਂ। ਇਹਨੂੰ ਮਣਾ ਕਿਹਾ ਜਾਂਦਾ। ਮਣੇ ਉੱਤੇ ਬੈਠ ਕੇ ਸਾਰਾ ਦਿਨ ਖੇਤ ਨਜ਼ਰੀ ਪੈਂਦਾ ਸੀ। ਦੂਜਾ ਮੀਂਹ ਕਣੀ ਵਿੱਚ ਖੇਤ ਗਿੱਲੇ ਹੋਣ ਕਰਕੇ ਮਣੇ 'ਤੇ ਆਰਾਮ ਨਾਲ ਬੈਠਿਆ ਜਾ ਸਕਦਾ ਸੀ। ਤਾਇਆ ਮੀਂਹ ਵਿੱਚ ਬੋਰੀ ਦੀ ਝੁੰਮ ਮਾਰੀ ਪੀਪਾ ਖੜਕਾਈ ਜਾਂਦਾ। ਝੁੰਮ ਹੁੰਦੀ ਹੈ ਬੇਟਾ ਬੋਰੀ ਨੂੰ ਇਕੱਠੀ ਜਿਹੀ ਕਰਕੇ ਜਿਸ ਤਰ੍ਹਾਂ ਅਸੀਂ ਆਪਣਾ ਸਿਰ ਕਵਰ ਕਰਦੇ ਹਾਂ, ਇਸ ਚੀਜ਼ ਨੂੰ ਕਿਹਾ ਜਾਂਦਾ। ਪਿੰਡਾਂ ਦੇ ਵਿੱਚ ਅਕਸਰ ਬੋਰੀ ਝੁੰਮ ਮਾਰ ਕੇ ਬੈਠਣ ਤੋਂ ਭਾਵ ਹੁੰਦਾ ਆਪਣੇ ਸਿਰ ਨੂੰ ਕਵਰ ਕਰ ਲੈਣਾ ਅਤੇ ਥੋੜ੍ਹਾ ਜਿਹਾ ਤੁਹਾਡੀ ਬੈਕ ਕਵਰ ਹੋ ਜਾਂਦੀ ਆ। ਇਸ ਤਰ੍ਹਾਂ ਉਹ ਲੇਖਕ ਦੱਸਦਾ ਕਿ ਤਾਇਆ ਉਸ ਮਣੇ ਦੇ ਉੱਪਰ ਬੋਰੀ ਦਾ ਝੁੰਮ ਮਾਰ ਕੇ ਬੈਠਾ ਰਹਿੰਦਾ। ਕਿਸੇ ਪੰਛੀ ਦੇ ਆ ਬੈਠਣ ਬਾਰੇ ਉਹ ਮੈਨੂੰ ਦੱਸਦਾ। ਹੋ ਹੱਲਾ ਕਰਦਾ ਹੋਇਆ ਮੈਂ ਮੱਕੀ ਦੇ ਟਾਂਡਿਆਂ ਨਾਲ ਖਹਿੰਦਾ ਉਸ ਦਿਸ਼ਾ ਵੱਲ ਭੱਜਦਾ। ਮੇਰਾ ਰੌਲਾ ਸੁਣ ਕੇ ਭੁੱਖਾ ਪੰਛੀ ਥੱਕੀ ਟੁੱਟੀ ਉਡਾਰੀ ਲਈ ਮਜਬੂਰ ਹੁੰਦਾ।
ਹੁਣ ਇਹਦਾ ਤਾਇਆ ਜਿਹੜਾ ਲੇਖਕ ਦਾ ਬੇਟਾ, ਉਹ ਉੱਚੀ ਥਾਂ 'ਤੇ ਬਹਿ ਕੇ ਮਣੇ 'ਤੇ ਦੱਸਦਾ ਕਿ ਉਸ ਪਾਸੇ ਪੰਛੀ ਆ ਗਏ, ਤਾਂ ਕਹਿੰਦਾ ਮੈਂ ਉਸ ਪਾਸੇ ਵੱਲ ਨੂੰ ਫਿਰ ਦੌੜਦਾ। ਲੇਖਕ ਇੱਦਾਂ ਆਪਣਾ ਬਿਆਨ ਕਰਦਾ। ਇਸ ਝੜੀ ਦੌਰਾਨ ਇੱਕ ਦਿਨ ਸਵੇਰ ਤੋਂ ਹੀ ਮੀਂਹ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਦੁਪਹਿਰ ਮਗਰੋਂ ਮੀਂਹ ਨਾਲ ਪੂਰੀ ਤਰ੍ਹਾਂ ਗੜੁੱਚ ਹੋਇਆ ਤਾਇਆ ਬੋਲਿਆ, ਭਤੀਜ ਅੱਜ ਤਾਂ ਮੀਂਹ ਨੇ ਝੰਬ ਕੇ ਰੱਖ ਦਿੱਤੇ, ਭਾਵ ਬੁਰਾ ਹਾਲ ਕਰਤਾ, ਭਿੱਜ ਗਏ। ਜਾ ਘਰ ਤੋਂ ਚਾਹ ਬਣਵਾ ਲਿਆ, ਅੱਜ ਤਾਂ ਸਰੀਰ ਉੱਕਾ ਹੀ ਠੰਡਾ ਹੋਇਆ ਪਿਆ। ਛੇਤੀ ਮੁੜ ਕੇ ਆਵੀਂ, ਪੰਛੀ ਵੀ ਅੱਜ ਭੁੱਖ ਦੇ ਮਾਰੇ ਅੰਨੇ ਹੋਏ ਡਿੱਗ ਰਹੇ ਨੇ। ਹੁਣ ਬੇਟਾ ਇੱਥੇ ਕਹਾਣੀ ਦੱਸੀ ਗਈ ਹੈ ਕਿ ਮੀਂਹ ਦੇ ਮਾਰੇ ਹੁਣ ਤਾਇਆ ਠੰਡ ਮੰਨ ਰਿਹਾ ਅਤੇ ਭਤੀਜ ਨੂੰ ਕਹਿੰਦਾ ਆਪਦੇ ਨੂੰ ਕਿ ਤੂੰ ਬੇਟਾ ਮੇਰੇ ਲਈ ਘਰ ਤੋਂ ਚਾਹ ਲੈ ਕੇ ਆ, ਅਤੇ ਅੱਗੇ ਉਹ ਡਿਮਾਂਡ ਵੀ ਕਰਦਾ ਕਿ ਗੁਲਗੁਲੇ ਲਿਆਈ। ਹੁਣ ਬੇਟਾ ਇੱਥੇ ਕਹਾਣੀ ਦੱਸੀ ਜਾਂਦੀ ਆ ਕਿ ਅਸੀਂ ਇੱਕ ਦਿਨ ਦੀ ਠੰਡ ਮੰਨ ਕੇ ਭੁੱਖ ਪਿਆਸ ਨਾਲ ਸਾਡਾ ਕਿਵੇਂ ਬੁਰਾ ਹਾਲ ਆ ਕਿ ਘਰੋਂ ਗੁਲਗੁਲੇ ਲਿਆ, ਚਾਹ ਲਿਆ। ਅਤੇ ਦੂਏ ਪਾਸੇ ਉਹਦਾ ਤਾਇਆ ਇੱਕ ਕਹਾਣੀ ਪੇਸ਼ ਕਰਦਾ ਕਿ ਪੰਛੀ ਨੇ ਜਿਹੜੇ ਭੁੱਖੇ ਹੋਣ ਕਰਕੇ ਅੰਨੇ ਹੋ ਪੈਣਗੇ ਅੱਜ ਛੱਲੀਆਂ ਨੂੰ। ਹੁਣ ਇੱਥੇ ਬੇਟਾ ਇੱਕ ਮਨੁੱਖ ਦੀ ਅਤੇ ਇੱਕ ਪੰਛੀਆਂ ਦੀ ਜਿਹੜੀ ਭੁੱਖ ਆ ਉਹਨੂੰ ਪੇਸ਼ ਕੀਤਾ ਗਿਆ ਕਿ ਉਹ ਪੰਛੀ ਲਗਾਤਾਰ ਪੈ ਰਹੀ ਬਾਰਿਸ਼ ਕਰਕੇ ਕਿੰਨੇ ਭੁੱਖੇ ਨੇ 2-3 ਦਿਨ ਤੋਂ, ਅਤੇ ਇਹਦਾ ਤਾਇਆ ਜਿਹੜਾ ਉਹ ਸਵੇਰ ਦੀ ਭੁੱਖ ਨੂੰ ਕਿਵੇਂ ਨਹੀਂ ਜਰ ਰਿਹਾ। ਅਤੇ ਇੱਥੇ ਇੱਕ ਕਹਾਣੀ ਪੇਸ਼ ਕੀਤੀ ਹੈ, ਇਹਨੂੰ ਅਸੀਂ ਸਮਝਣਾ ਹੈ। ਇਹ ਪੰਛੀਆਂ ਦੀ ਅਤੇ ਮਨੁੱਖ ਦੀ ਇਹ ਮਤਲਬ ਮਾਨਸਿਕਤਾ ਨੂੰ ਦਰਸਾਉਂਦੀ ਗੱਲ ਹੈ। ਛੇਤੀ ਮੁੜ ਕੇ ਆਵੀਂ, ਪੰਛੀ ਵੀ ਅੱਜ ਭੁੱਖ ਦੇ ਮਾਰੇ ਅੰਨੇ ਹੋਏ ਡਿੱਗ ਰਹੇ ਨੇ। ਦੁਪਹਿਰ ਵਾਲੇ ਗੁਲਗੁਲੇ ਵੀ ਲੈਂਦਾ ਆਵੀਂ, ਚਾਹ ਨਾਲ ਸਵਾਦ ਵੀ ਲੱਗਣੇ ਨੇ ਅਤੇ ਭੁੱਖ ਵੀ ਦੱਬ ਜਾਊ। ਸਣ ਦੀ ਰੱਸੀ ਦਾ ਬਣਿਆ ਗੋਪੀਆ ਮਣੇ 'ਤੇ ਬੈਠਾ ਤਾਏ ਕੋਲ ਹੀ ਸੀ। ਸਣ ਦੀ ਰੱਸੀ ਦਾ ਬਣਾਇਆ ਗੋਪੀਆ ਮਣੇ 'ਤੇ ਬੈਠੇ ਤਾਏ ਕੋਲ ਹੀ ਸੀ। ਗੋਪੀਆ ਬੇਟਾ ਮਤਲਬ ਇਹ ਇੱਕ ਰੱਸੀ ਆ, ਜਿਵੇਂ ਇਸਨੂੰ ਪੀਪੇ ਦੇ ਵਿੱਚ ਪਾ ਕੇ ਖੜਕਾਉਂਦੇ ਆ, ਜਾਂ ਇੱਕ ਉਹ ਕੋਈ ਪੁਰਾਤਨ ਸਾਡੇ ਇੰਸਟਰੂਮੈਂਟ ਹੁੰਦੇ ਸੀ। ਅੱਜ ਦੇ ਸਮੇਂ 'ਚ ਇਹ ਚੀਜ਼ਾਂ ਲੋਪ ਹੋ ਗਈਆਂ ਵੀ ਗੋਪੀਆ ਕੀ ਹੁੰਦਾ। ਗੋਪੀਆ ਬੇਟਾ ਇੱਕ ਆਵਾਜ਼ ਕਰਨ ਵਾਲਾ ਛੋਟਾ ਜਿਹਾ ਛੰਦ ਹੁੰਦਾ, ਅਤੇ ਜਿਹਦੀ ਕੜਕੜ 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 ਦੀ ਆਵਾਜ਼ ਨਾਲ ਫਿਰ ਜਿਹੜੇ ਪੰਛੀ ਉਹ ਡਰ ਕੇ ਭੱਜ ਜਾਂਦੇ ਸੀ। ਜਦੋਂ ਗਲਾ ਥੱਕ ਜਾਂਦਾ ਸੀ ਤਾਂ ਫਿਰ ਜਿਹੜਾ ਗੋਪੀਆ ਘੁਮਾਉਣ ਨਾਲ ਫਿਰ ਜਿਹੜਾ ਮਤਲਬ ਉਹ ਖੇਤ ਦੀ ਰਾਖੀ ਕੀਤੀ ਜਾਂਦੀ ਸੀ। ਪੰਛੀਆਂ ਨੂੰ ਕੁਛ ਟਾਈਮ ਲਈ ਪੰਛੀ ਉਡਾਏ ਜਾਂਦੇ ਸੀ। ਹਵਾ ਦੇ ਬੋਲਿਆਂ ਨਾਲ ਰੁੱਖ ਆਪਣੇ ਪੱਤਿਆਂ ਤੋਂ ਇਸ ਤਰ੍ਹਾਂ ਪਾਣੀ ਛੰਟ ਰਹੇ ਸਨ ਜਿਵੇਂ ਉਹਨਾਂ ਅੱਜ ਕੇਸੀ ਇਸ਼ਨਾਨ ਕੀਤਾ ਹੋਵੇ। ਹੁਣ ਜਦੋਂ ਬੇਟਾ ਬਾਰਿਸ਼ ਥੋੜ੍ਹੀ ਰੁਕਦੀ ਹੈ, ਫਿਰ ਜੇ ਅਸੀਂ ਰੁੱਖ ਨੂੰ ਹਿਲਾ ਦਈਏ ਨਾ, ਉਹ ਐਂ ਲੱਗਦਾ ਹੁੰਦਾ ਜਿਵੇਂ ਆਪਾਂ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਵਾਲਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਹਾਂ ਤਾਂ ਉਹਨਾਂ ਵਿੱਚੋਂ ਹਲਕੀ ਹਲਕੀ ਬੂੰਦਾਬਾਂਦੀ ਨੀਚੇ ਡਿੱਗਦੀ ਹੈ। ਕਹਿੰਦਾ ਹੁਣ ਪੱਤੇ ਜਦੋਂ ਹਵਾ ਚੱਲਦੀ ਸੀ, ਹਲਕੀ ਹਲਕੀ ਹਵਾ ਨਾਲ ਪੱਤਿਆਂ ਦੇ ਉੱਪਰ ਜੰਮੀਆਂ ਹੋਈਆਂ ਬਾਰਿਸ਼ ਦੀਆਂ ਬੂੰਦਾਂ ਨੀਚੇ ਡਿੱਗਦੀਆਂ ਨੇ। ਐਵੇਂ ਲੱਗਦਾ ਸੀ ਜਿਵੇਂ ਰੁੱਖਾਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਇੱਥੇ ਬੇਟਾ ਇੱਕ ਵਿਅੰਗ ਕੀਤਾ ਗਿਆ, ਦਰਸਾਇਆ ਗਿਆ, ਰੁੱਖਾਂ ਨੂੰ ਮਨੁੱਖ ਦੀ ਤਰ੍ਹਾਂ ਮੇਲ ਕੇ ਇਸ ਚੈਪਟਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤਾਏ ਦੇ ਕਹੇ ਮੁਤਾਬਕ ਮੈਂ ਉੱਨੀ ਪੈਰੀਂ ਘਰੋਂ ਚਾਹ ਅਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਕਣੀਆਂ ਦੇ ਬਰੀਕ ਬਰੀਕ ਝਾਰੇ ਵਿੱਚ ਮੈਂ ਵੇਖਿਆ ਕਿ ਕਿੰਨੇ ਹੀ ਗੰਡੋਏ ਧਰਤੀ 'ਤੇ ਰੀਂਗ ਰਹੇ ਸਨ। ਗੰਡੋਇਆਂ 'ਤੇ ਪੈਰ ਧਰਨ ਤੋਂ ਗਰੇਜ਼ ਕਰਦਾ ਹੋਇਆ ਮੈਂ ਕਦੀ ਲੰਮੀ ਅਤੇ ਕਦੀ ਛੋਟੀ ਡਿੰਗ ਡਿੰਗ ਭਰਦਾ ਖੇਤ ਵੱਲ ਨੂੰ ਤੁਰਦਾ ਗਿਆ। ਫਿਰਨੀ ਤੋਂ ਖੇਤ ਵੱਲ ਮੁੜਦਿਆਂ ਜਦੋਂ ਮੈਂ ਮੱਕੀ ਦੇ ਖੇਤ ਦੀ ਵੱਟ ਤੋਂ ਲੰਘ ਰਿਹਾ ਸੀ ਤਾਂ ਅਣਦੇਖੀ ਕਾਰਨ ਮੇਰਾ ਪੈਰ ਵੱਟ 'ਤੇ ਪਏ ਇੱਕ ਸੱਪ 'ਤੇ ਜਾ ਟਿਕਿਆ। ਮੈਂ ਡਰ ਗਿਆ, ਪਰ ਉਸਨੇ ਮੈਨੂੰ ਕੁਝ ਨਾ ਕਿਹਾ, ਸਗੋਂ ਉਹ ਤਾਂ ਟਿਕੀ ਲਾ ਕੇ ਵੱਟ 'ਚ ਖੁੱਡ ਪੁੱਟ ਰਹੇ ਚੂਹੇ ਵੱਲ ਵੇਖ ਰਿਹਾ ਸੀ। ਸੱਪ ਵੀ ਭੁੱਖਾ ਲੱਗਦਾ ਸੀ। ਮੈਂ ਸੱਪ ਨੂੰ ਨਾ ਮਾਰਿਆ ਕਿਉਂਕਿ ਉਸਨੇ ਮੈਨੂੰ ਕੁਝ ਨਹੀਂ ਸੀ ਕਿਹਾ। ਚੂਹੇ ਨੂੰ ਮਾਰਨ ਵਿੱਚ ਰੁੱਝਿਆ ਸੱਪ ਮੈਨੂੰ ਮੇਰੀ ਮਦਦ ਕਰਦਾ ਪ੍ਰਤੀਤ ਹੋਇਆ। ਚੂਹੇ ਵੀ ਮੱਕੀ ਦੇ ਟਾਂਡਿਆਂ 'ਤੇ ਚੜ੍ਹ ਕੇ ਆਪਣੇ ਤਿੱਖੇ ਦੰਦਾਂ ਨਾਲ ਛੱਲੀਆਂ ਦਾ ਨੁਕਸਾਨ ਕਰ ਜਾਂਦੇ ਹਨ। ਮਨ 'ਚ ਅਜਿਹੇ ਖਿਆਲੀ ਮੈਂ ਮਣੇ ਵੱਲ ਨੂੰ ਹੋ ਤੁਰਿਆ। ਮੈਂ ਚਾਹ ਦੀ ਕੇਤਲੀ ਅਤੇ ਗੁਲਗੁਲੇ ਮਣੇ 'ਤੇ ਬੈਠੇ ਤਾਏ ਨੂੰ ਫੜਾ ਦਿੱਤੇ। ਤਾਇਆ ਚਾਹ ਅਤੇ ਗੁਲਗੁਲਿਆਂ ਦਾ ਆਨੰਦ ਲੈਣ ਲੱਗਾ। ਸਾਹਮਣੇ ਰੁੱਖਾਂ 'ਤੇ ਬੈਠੇ ਪੰਛੀਆਂ ਦਾ ਧਿਆਨ ਸਾਡੇ ਵਿੱਚ ਹੀ ਸੀ। ਮੈਨੂੰ ਜਾਪਿਆ ਜਿਵੇਂ ਉਹ ਮਨੋ ਮਨੀ ਸਾਨੂੰ ਕੋਸ ਰਹੇ ਸਨ ਕਿ ਰਾਖੇ ਆਪ ਤਾਂ ਖਾ ਪੀ ਰਹੇ ਹਨ ਅਤੇ ਸਾਨੂੰ ਇੱਕ ਦਾਣਾ ਵੀ ਨਹੀਂ ਠੁੰਗਣ ਦਿੰਦੇ। ਭੁੱਖ ਨਾਲ ਲਾਚਾਰ ਹੋਇਆ ਇੱਕ
ਸਾਹਮਣੀ ਕਿੱਕਰ ਤੋਂ ਕਾਂ ਉੱਡਿਆ। ਸਾਡੇ ਰੌਲੇ ਰੱਪੇ ਦੌਰਾਨ ਉਹ ਬਿਨਾਂ ਖੰਭ ਹਿਲਾਏ ਮੱਕੀ ਦੇ ਟਾਂਡੇ 'ਤੇ ਇੱਦਾਂ ਡਿੱਗਿਆ ਜਿਵੇਂ ਉਸ ਵਿੱਚ ਸਾਹ ਸੱਤ ਹੀ ਨਾ ਹੋਵੇ। ਰੌਲਾ ਪਾਏ ਤੋਂ ਵੀ ਉਹ ਨਾ ਉੱਡਿਆ। ਮੈਂ ਵੇਖਿਆ ਉਹ ਛੱਲੀ ਦੇ ਟਾਂਡੇ ਦੇ ਵਿਚਕਾਰ ਪਹੁੰਚੇ ਅੜਾਈ ਬੈਠਾ ਸੀ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਸ ਵਿੱਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ। ਮੈਂ ਉਸ ਦੇ ਨੇੜੇ ਗਿਆ ਪਰ ਉਹ ਨਾ ਉੱਡਿਆ ਅਤੇ ਨਾ ਹੀ ਡਰਿਆ। ਕਾਂ ਦੀ ਹਾਲਤ ਸਮਝਣ ਲੱਗੇ ਮੈਨੂੰ ਦੇਰ ਨਾ ਲੱਗੀ। ਮੈਂ ਸੋਚਿਆ ਕਿ ਭੁੱਖੇ ਅਤੇ ਬੇਵੱਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ, ਕਿਉਂਕਿ ਉਸਨੇ ਛੱਲੀ ਵੀ ਨਹੀਂ ਸੀ ਠੁੰਗੀ ਅਤੇ ਉਹ ਮੇਰਾ ਚੋਰ ਵੀ ਨਹੀਂ ਸੀ। ਮੈਨੂੰ ਇਹ ਅਹਿਸਾਸ ਹੋਇਆ ਜੇ ਮੈਨੂੰ ਸੱਪ ਨੇ ਡੰਗਿਆ ਹੁੰਦਾ ਤਾਂ ਕੀ ਮੈਂ ਇਸ ਕਾਂ ਨੂੰ ਮਾਰ ਸਕਦਾ? ਤਾਇਆ ਭਾਵੇਂ ਕਈ ਦਿਨਾਂ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿੱਚ ਸੀ ਤਾਂ ਜੋ ਉਹ ਮਰੇ ਕਾਂ ਨੂੰ ਮਣੇ 'ਤੇ ਟੰਗ ਕੇ ਬਾਕੀ ਦੇ ਪੰਛੀਆਂ ਨੂੰ ਡਰਾ ਸਕੇ। ਅਜਿਹੇ ਹਾਲਾਤ ਵਿੱਚ ਮੈਂ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ, ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ। ਉਦੋਂ ਮੈਨੂੰ ਆਪਣੇ ਪਿੰਡੇ 'ਤੇ ਹੰਢਾਏ ਭੁੱਖ ਅਤੇ ਤਿਹਾਕੜੇ ਵੀ ਯਾਦ ਆਏ ਜਦੋਂ ਮੈਂ ਡੰਗਰ ਚਾਰਦਾ ਹੁੰਦਾ ਸੀ। ਹੁਣ ਬੇਟਾ ਇੱਥੇ ਲੇਖਕ ਆਪਣੀ ਭੁੱਖ ਨੂੰ, ਆਪਣੀ ਬੇਵੱਸੀ ਨੂੰ, ਆਪਣੀ ਮਜਬੂਰੀ ਨੂੰ ਉਸ ਕਾਂ ਵਿੱਚ ਵੇਖਦਾ ਅਤੇ ਇੱਕ ਪਾਸੇ ਆਪਣੇ ਤਾਏ ਨੂੰ ਵੀ ਵੇਖਦਾ ਕਿ ਉਹ ਆਪਣਾ ਪੇਟ ਭਰ ਰਿਹਾ ਪਰ ਪੰਛੀਆਂ ਨੂੰ ਇੱਕ ਵੀ ਦਾਣਾ ਡੂੰਘਣ ਨਹੀਂ ਦੇ ਰਿਹਾ। ਹੁਣ ਕਈ ਦਿਨਾਂ ਤੋਂ ਭੁੱਖਾ ਗਿੱਲੇ ਖੰਭਾਂ ਨਾਲ ਬੇਵੱਸ ਹੋਇਆ ਕਾਂ ਇੱਕ ਮੱਕੀ ਦੇ ਟਾਂਡੇ 'ਤੇ ਆ ਕੇ ਬੈਠ ਜਾਂਦਾ ਅਤੇ ਲੇਖਕ ਸੋਚਦਾ ਕਿ ਮੈਂ ਇਹਦੇ ਜੁੱਤੀ ਮਾਰ ਕੇ ਮਾਰ ਦੇਣਾ ਇਹਨੂੰ, ਮਾਰ ਕੇ ਉਹ 'ਤੇ ਮੇਰੇ ਤਾਇਆ ਜੀ ਮਣੇ 'ਤੇ ਟੰਗਣ ਨੂੰ ਕਹਿੰਦਾ ਸੀ, ਮੈਂ ਬਹਾਦਰੀ ਦਿਖਾਵਾਂਗਾ ਆਪਦੀ ਕਿ ਮੈਂ ਕਾਂ ਮਾਰ ਲਿਆ। ਪਰ ਲੇਖਕ ਦੇਖਦਾ ਕਿ ਕਾਂ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰਿਆ ਅਤੇ ਫਿਰ ਉਹ ਕਾਂ ਨੂੰ ਨਹੀਂ ਮਾਰਦਾ। ਅਤੇ ਫਿਰ ਲੇਖਕ ਉਸ ਦੀ ਬੇਵੱਸੀ ਅਤੇ ਉਸ ਦੀ ਮਾੜੀ ਹਾਲਤ ਨੂੰ ਦੇਖ ਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੈ। ਅਤੇ ਫਿਰ ਲੇਖਕ ਕੀ ਕਰਦਾ, ਮੈਂ ਤਾਏ ਤੋਂ ਅੱਖ ਬਚਾ ਕੇ ਇੱਕ ਛੱਲੀ ਭੰਨੀ, ਉਸ ਦੇ ਦਾਣੇ ਭੋਰ ਭੋਰ ਕੇ ਹਥੇਲੀ 'ਤੇ ਰੱਖ ਕੇ ਉਸ ਕਾਂ ਨੂੰ ਖਵਾਉਣ ਲੱਗਾ। ਕਾਂ ਮੇਰੇ ਹੱਥ ਦੀ ਤਲੀ ਤੋਂ ਦਾਣਾ ਚੁਗਦਾ ਮੇਰੇ ਵੱਲ ਤੱਕਦਾ ਅਤੇ ਸਿਰ ਨੀਵਾਂ ਕਰ ਲੈਂਦਾ। ਮੈਂ ਇੱਕ ਪਲ ਸੋਚਿਆ ਕਿ ਜਦੋਂ ਮੈਂ ਨਿੱਕੇ ਹੁੰਦਿਆਂ ਆਪ ਕੁਝ ਨਹੀਂ ਸੀ ਖਾ ਸਕਦਾ ਹੋਵਾਂਗਾ ਤਾਂ ਮੇਰੀ ਮਾਂ ਮੈਨੂੰ ਇਸੇ ਤਰ੍ਹਾਂ ਖਵਾਉਂਦੀ ਹੋਏਗੀ। ਪੇਟ ਦੀ ਭੁੱਖ ਮਿਟਾ ਕੇ ਕਾਂ ਉੱਡਣ ਦੇ ਸਮਰੱਥ ਹੋ ਗਿਆ। ਭਾਵ ਉਹਨੇ ਪੇਟ 'ਚ ਬੇਟਾ 2 ਦਾਣੇ ਚਲੇ ਗਏ, ਉਹ ਹੁਣ ਥੋੜ੍ਹਾ ਜਿਹਾ ਹੋਸ਼ ਵਿੱਚ ਆ ਗਿਆ। ਪਹਿਲਾਂ ਉਹ ਬੇਹੋਸ਼ੀ ਵਾਲੀ ਹਾਲਤ 'ਚ ਸੀ ਕਾਂ। ਉਸਨੇ ਹੋਰ ਛੱਲੀਆਂ ਨਾ ਫਰੋਲੀਆਂ ਅਤੇ ਉਹ ਕਿੱਕਰ ਦੇ ਰੁੱਖ 'ਤੇ ਜਾ ਬੈਠਿਆ ਅਤੇ ਉਸਨੇ ਉਡਾਰੀ ਮਾਰੀ। ਬੱਦਲ ਗਰਜ ਰਿਹਾ ਸੀ ਅਤੇ ਤਾਇਆ ਹਾਲੇ ਵੀ ਪੰਛੀਆਂ ਨੂੰ ਡਰਾਉਣ ਲਈ ਹਤਾੜ ਹਤਾੜ ਕਰ ਰਿਹਾ ਸੀ। ਸੋ ਬੇਟਾ ਇਹ ਸੀ ਆਪ ਜੀ ਦੀ ਕਹਾਣੀ ਜੋ ਤੁਹਾਡੀ ਪਾਠ ਪੁਸਤਕ ਵਿੱਚ ਹੈ। ਅਸੀਂ ਉਸ ਨੂੰ ਇੰਨ ਬਿੰਨ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਆਓ ਇਸ ਕਹਾਣੀ ਦੇ ਵਿੱਚ ਅਸੀਂ ਇੱਕੋ ਸਿੱਖਿਆ ਲੈਂਦੇ ਹਾਂ ਕਿ ਸਾਨੂੰ ਲਾਚਾਰ, ਚਾਹੇ ਉਹ ਕੋਈ ਮਨੁੱਖ ਹੈ, ਚਾਹੇ ਪੰਛੀ ਹੈ, ਜਾਂ ਕੋਈ ਬੇਵਸੀ ਦਾ ਮਾਰਿਆ ਕੋਈ ਵੀ ਜੀਵ ਜੰਤੂ, ਉਹ ਜੀਵ ਜੰਤੂ ਜੋ ਜੀਵਤ ਹੈ, ਜੋ ਉਸਨੂੰ ਕੁਦਰਤ ਨੇ ਬਣਾਇਆ ਹੈ, ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਸੋ ਬੇਟਾ ਇੱਕ ਨਿੱਕੀ ਜਿਹੀ ਕਹਾਣੀ ਰਾਹੀਂ ਇਹਦੇ ਵਿੱਚ 2 ਸੰਦੇਸ਼ ਨੇ ਕਿ ਸਾਨੂੰ ਜਿਹੜੇ ਬੇਵਸੀ ਦੇ ਵਿੱਚ ਫਸੇ ਹੋਏ ਲੋਕ ਨੇ ਜਾਂ ਪੰਛੀ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਆਮ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਰਦੀਆਂ ਦੇ ਮੌਸਮੇ ਪੰਛੀਆਂ ਨੂੰ ਧੁੰਦ ਦੇ ਵਿੱਚ ਬਾਹਰ ਕਿਤੇ ਰਸਤਾ ਵੀ ਨਹੀਂ ਵਿਖਾਈ ਦਿੰਦਾ ਅਤੇ ਕਿਤੇ ਚੋਗਾ ਵੀ ਨਹੀਂ ਹੁੰਦਾ ਅਤੇ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਕੋਠੇ ਦੀ ਛੱਤ 'ਤੇ ਪੰਛੀਆਂ ਲਈ ਚੋਗਾ ਜ਼ਰੂਰ ਪਾਉਣਾ ਚਾਹੀਦਾ ਰੋਜ਼ਾਨਾ। ਅਤੇ ਜੇ ਅਸੀਂ ਗੱਲ ਕਰੀਏ ਬਾਰਿਸ਼ ਦੇ ਦਿਨਾਂ ਦੀ, ਜਦੋਂ ਸਾਨੂੰ ਲੱਗਦਾ ਕਿ ਚਾਰੇ ਪਾਸੇ ਪਾਣੀ ਓ ਪਾਣੀ ਖੜ੍ਹਾ, ਪੰਛੀਆਂ ਦੇ ਚੁਗਣ ਲਈ ਕਿਤੇ ਚੋਗਾ ਨਹੀਂ, ਤਾਂ ਉਹਨਾਂ ਦਿਨਾਂ ਵਿੱਚ ਵੀ ਸਾਨੂੰ ਆਪਣੇ ਕੋਠੇ ਦੀਆਂ ਛੱਤਾਂ ਦੇ ਉੱਪਰ ਚਾਵਲ, ਕਣਕ, ਬਾਜਰਾ, ਜੋ ਵੀ ਅਵੇਲੇਬਲ ਚੋਗਾ, ਚਾਹੇ ਉਹ ਰੋਟੀ ਹੋਵੇ, ਉਹ ਭੋਰ ਕੇ ਜ਼ਰੂਰ ਪਾਉਣੀ ਚਾਹੀਦੀ ਹੈ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੰਛੀ ਉਹ ਆਪਣੇ ਖੰਭ ਗਿੱਲੇ ਹੋਣ ਕਰਕੇ ਉੱਡ ਵੀ ਨਹੀਂ ਸਕਦੇ ਅਤੇ ਧਰਤੀ 'ਤੇ ਪਾਣੀ ਖੜ੍ਹਿਆ ਹੋਣ ਕਰਕੇ ਉਹਨਾਂ ਨੂੰ ਕਿਤੇ ਚੋਗਾ ਵੀ ਨਹੀਂ ਮਿਲਦਾ ਅਤੇ ਸਾਨੂੰ ਪੰਛੀਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਸੋ ਇਸ ਕਹਾਣੀ ਦੇ ਵਿੱਚ ਛੱਲੀਆਂ ਦੇ ਰਾਖੇ ਲੇਖਕ ਨੇ ਆਪਣੇ ਆਪ ਨੂੰ ਅਤੇ ਆਪਣੇ ਤਾਏ ਨੂੰ ਆਖਿਆ ਹੈ
ਤੇ ਇੱਕ ਕਾਂ ਦੀ ਕਹਾਣੀ ਰਾਹੀਂ ਉਸ ਮੌਸਮ ਦੀ ਮਾਰ ਝੱਲ ਰਹੇ ਸਮੁੱਚੇ ਪੰਛੀਆਂ ਦੀ ਕਹਾਣੀ ਨੂੰ ਇਸ ਕਹਾਣੀ ਦੇ ਵਿੱਚ ਪੇਸ਼ ਕੀਤਾ ਹੈ। ਸੋ ਆਓ ਇਸ ਕਹਾਣੀ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਆਓ ਉਹਨਾਂ ਦੇ ਪ੍ਰਸ਼ਨ ਉੱਤਰ ਆਪਾਂ ਪੜ੍ਹਦੇ ਹਾਂ। ਪ੍ਰਸ਼ਨ ਨੰਬਰ ਊੜਾ, ਝੜੀ ਕਿਹੜੇ ਮਹੀਨੇ ਲੱਗੀ ਸੀ ਤੇ ਉਸ ਦਾ ਆਮ ਜਨ ਜੀਵਨ ਉੱਤੇ ਕੀ ਪ੍ਰਭਾਵ ਪਿਆ? ਉੱਤਰ ਹੈ ਕਿ ਝੜੀ ਭਾਦੋਂ ਮਹੀਨੇ ਦੇ ਪਹਿਲੇ ਪੱਖ ਵਿੱਚ ਲੱਗੀ ਸੀ, ਜਿਸ ਨਾਲ ਚਾਰੇ ਪਾਸੇ ਜਲ ਸਥਲ ਹੋ ਗਿਆ ਸੀ। ਪ੍ਰਸ਼ਨ ਐੜਾ, ਮਣਾ ਕਿਸ ਨੂੰ ਕਹਿੰਦੇ ਹਨ? ਉੱਤਰ ਹੈ ਮਣਾ ਖੇਤਾਂ ਵਿੱਚ ਫਸਲ ਦੀ ਰਾਖੀ ਲਈ ਬਣਾਇਆ ਜਾਂਦਾ ਹੈ। ਖੇਤ ਵਿੱਚ 4 ਬੱਲੀਆਂ ਗੱਡ ਕੇ ਉਹਨਾਂ ਉੱਤੇ 2 ਬਾਹੀਆਂ ਰੱਸਿਆਂ ਨਾਲ ਬੰਨ੍ਹ ਕੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਸੋ ਬੇਟਾ ਫਸਲ ਦੀ ਰਾਖੀ ਕਰਨ ਲਈ ਬਣਾਈ ਗਈ ਉੱਚੀ ਥਾਂ ਜਾਂ 4 ਬਾਹੀਆਂ ਦੇ ਉੱਪਰ ਮੰਜੀ ਨੂੰ ਬੰਨ੍ਹ ਕੇ ਜੋ ਇਹ ਰਾਖੀ ਲਈ ਬਣਾਇਆ ਗਿਆ ਉੱਚਾ ਮਣਾ ਹੈ, ਇਸ ਨੂੰ ਅਸੀਂ ਮਤਲਬ ਪੰਜਾਬੀ ਦੇ ਵਿੱਚ ਖੇਤ ਦੀ ਨਿਗਰਾਨੀ ਕਰਨ ਵਾਲੀ ਉੱਚੀ ਥਾਂ ਕਹਾਂਗੇ ਅਤੇ ਖੇਤੀ ਭਾਸ਼ਾ ਦੇ ਵਿੱਚ ਇਸ ਚੀਜ਼ ਨੂੰ ਮਣਾ ਕਿਹਾ ਜਾਂਦਾ ਹੈ। ਹੁਣ ਲੇਖਕ ਤੁਸੀਂ ਵੇਖ ਸਕਦੇ ਹੋ ਕਾਂ ਨੂੰ ਚੋਗਾ ਖਵਾ ਕੇ ਉਡਾ ਰਿਹਾ ਹੈ ਅਤੇ ਉਹ ਮਣੇ ਦੇ ਉੱਪਰ ਜਿਹੜਾ ਲੇਖਕ ਦਾ ਤਾਇਆ ਉਹ ਖੜ੍ਹਾ ਹੈ। ਜਿਹੜਾ ਲੇਖਕ ਆ ਉਹ ਆਪਣੀ ਮੱਕੀ ਦੀ ਫਸਲ ਵਿੱਚ ਇਹ ਜੋ ਜਿਸ ਤਰ੍ਹਾਂ ਕਹਾਣੀ ਬਿਆਨ ਕੀਤੀ ਹੈ ਉਸ ਨੂੰ ਦੱਸਿਆ। ਨੀਚੇ ਤੁਸੀਂ ਕਾਂ ਵੀ ਦੇਖ ਸਕਦੇ ਹੋ ਕਿ ਮੀਂਹ ਦੀ ਸਥਿਤੀ ਜਿਹੜੀ ਹੁੰਦੀ ਆ ਕਿਣਮਣ ਕਣੀ ਦੇ ਵਿੱਚ ਪੰਛੀਆਂ ਦੀ ਹਾਲਤ ਕਿਹੋ ਜਿਹੀ ਹੁੰਦੀ ਆ, ਇਹ ਕਾਂ ਦੀ ਹਾਲਤ ਨੂੰ ਨੀਚੇ ਵਾਲੀ ਫੋਟੋ ਦੇ ਵਿੱਚ ਦਰਸਾਇਆ ਗਿਆ। ਅਤੇ ਉੱਪਰ ਮਣੇ ਦੇ ਉੱਪਰ ਖੜ੍ਹ ਕੇ ਜਿਹੜਾ ਲੇਖਕ ਦਾ ਤਾਇਆ ਈਸਰ ਸਿੰਘ ਉਹ ਪੰਛੀਆਂ ਨੂੰ ਉਡਾ ਰਿਹਾ ਹੈ ਅਤੇ ਇਹ ਲੇਖਕ ਆਪਣੀ ਤਲੀ ਤੋਂ ਚੋਗਾ ਚਗਾ ਕੇ ਇੱਕ ਕਾਂ ਨੂੰ ਵੀ ਉਡਾਉਂਦਾ ਦਿਖਾਈ ਦਿੱਤਾ ਗਿਆ ਹੈ। ਅੱਗੇ ਹੈ ਕਿ ਪੰਛੀਆਂ ਨੂੰ ਚੋਗਾ ਕਿਉਂ ਨਹੀਂ ਸੀ ਮਿਲ ਰਿਹਾ? ਹੁਣ ਇਹ ਕਾਂ ਬੈਠਾ, ਕਾਂ ਦੇ ਉੱਪਰ ਡਿੱਗਦੀਆਂ ਬੂੰਦਾਂ ਇਸ ਫੋਟੋ 'ਚ ਨਜ਼ਰੀ ਪੈਂਦੀਆਂ ਨੇ। ਹੁਣ ਇਹ ਸਵਾਲ ਦਾ ਜਵਾਬ ਵੀ ਇਹ ਫੋਟੋ ਲਗਭਗ 50% ਦੇ ਦਿੰਦੀ ਆ। ਆਓ ਪੜ੍ਹਦੇ ਹਾਂ ਕਿ ਲਗਾਤਾਰ ਬਰਸਾਤ ਹੋਣ ਕਰਕੇ ਚਾਰੇ ਪਾਸੇ ਜਲ ਸਥਲ ਹੋ ਗਿਆ ਸੀ। ਜਲ ਸਥਲ ਤੋਂ ਭਾਵ ਕਿ ਧਰਤੀ ਦੇ ਉੱਪਰ ਪਾਣੀ ਹੀ ਪਾਣੀ ਹੋ ਗਿਆ। ਜਿੱਥੋਂ ਚੋਗਾ ਚੁਗਣਾ ਸੀ ਉਹ ਚੀਜ਼ ਪਾਣੀ ਥੱਲੇ ਦਬ ਗਈ। ਪੰਛੀ ਵਰਦੇ ਮੀਂਹ ਵਿੱਚ ਖਾਣੇ ਲਈ ਉੱਡ ਨਹੀਂ ਸਕਦੇ ਸਨ ਅਤੇ ਨਾ ਹੀ ਰਾਖੇ ਪੰਛੀਆਂ ਨੂੰ ਛੱਲੀਆਂ ਕੋਲ ਆਉਣ ਦਿੰਦੇ। ਹੁਣ ਖੰਭ ਗਿੱਲੇ ਹੋਣ ਕਰਕੇ ਜਿਹੜੇ ਪੰਛੀ ਸੀ ਬੇਟਾ ਉਹ ਵੀ ਲੰਮੀ ਉਡਾਰੀ ਨਹੀਂ ਸੀ ਭਰ ਸਕਦੇ ਅਤੇ ਜਿਹੜੇ ਉੱਪਰ ਦੇਖ ਸਕਦੇ ਹਾਂ ਕਿ ਛੱਲੀਆਂ ਦੇ ਰਾਖੇ ਇਹ ਵੀ ਪੰਛੀਆਂ ਨੂੰ ਹਤਾੜ ਕਰਕੇ ਉਡਾਉਂਦੇ ਰਹਿੰਦੇ ਸਨ ਅਤੇ ਇਹ ਵੀ ਫਸਲ ਦੇ ਕੋਲ ਪੰਛੀਆਂ ਨੂੰ ਨਹੀਂ ਸੀ ਲੱਗਣ ਦਿੰਦੇ। ਇਸ ਕਰਕੇ ਜਿਹੜਾ ਪੰਛੀਆਂ ਨੂੰ ਉਹ ਚੋਗਾ ਨਹੀਂ ਸੀ ਮਿਲ ਰਿਹਾ। ਪ੍ਰਸ਼ਨ ਨੰਬਰ ਸੱਸਾ, ਕਾਂ ਛੱਲੀ ਨੂੰ ਕਿਉਂ ਨਹੀਂ ਸੀ ਠੁੰਗ ਸਕਿਆ? ਉੱਤਰ ਹੈ ਕਿ ਕਾਂ ਕਈ ਦਿਨਾਂ ਤੋਂ ਚੋਗਾ ਨਾ ਮਿਲਣ ਕਰਕੇ ਭੁੱਖ ਦੀ ਕਮਜ਼ੋਰੀ ਕਾਰਨ ਛੱਲੀ ਨੂੰ ਠੁੰਗ ਨਾ ਸਕਿਆ। ਹੁਣ ਕਾਂ ਬੇਟਾ ਭੁੱਖਾ ਸੀ, ਮਤਲਬ ਜੇ ਅਸੀਂ 2 ਘੰਟੇ ਭੁੱਖੇ ਰਹਿ ਜਾਈਏ ਅਤੇ ਅਸੀਂ ਸਿਰ 'ਤੇ ਚੱਕ ਲੈਂਦੇ ਆਪਣੇ ਘਰ ਨੂੰ, ਅਤੇ ਇਹ ਪੰਛੀ ਵਿਚਾਰੇ 2-3 ਦਿਨਾਂ ਦੇ ਭੁੱਖੇ ਸੀ। ਕਾਂ ਜਿਹੜਾ ਬੇਵੱਸ ਸੀ, ਮਤਲਬ ਕਿ ਇਹ ਕਹਿ ਲਈਏ ਜੇ ਪੰਜਾਬੀ 'ਚ ਆਪਾਂ ਕਹੀਏ ਕਿ ਉਹ ਬੜਾ ਲਾਚਾਰ ਸੀ, ਬੇਵੱਸ ਸੀ, ਉਹਦੀ 'ਚ ਹਿੰਮਤ ਨਹੀਂ ਸੀ, ਉਹ ਇੰਨਾ ਕਮਜ਼ੋਰ ਹੋ ਗਿਆ ਸੀ ਭੁੱਖ ਕਰਕੇ। ਪ੍ਰਸ਼ਨ ਨੰਬਰ ਹਾਹਾ, ਰਾਖੇ ਨੇ ਕਾਂ ਨਾਲ ਕੀ ਵਿਵਹਾਰ ਕੀਤਾ? ਉੱਤਰ, ਰਾਖੇ ਨੂੰ ਭੁੱਖੇ ਕਾਂ ਦੀ ਹਾਲਤ ਦੇਖ ਕੇ ਤਰਸ ਆ ਗਿਆ। ਉਸ ਨੇ ਛੱਲੀ ਦੇ ਦਾਣੇ ਭੋਰ ਕੇ ਆਪਣੀ ਤਲੀ ਉੱਤੇ ਰੱਖ ਕੇ ਕਾਂ ਨੂੰ ਖੁਆਏ ਅਤੇ ਫਿਰ ਉਸ ਨੂੰ ਛੱਡ ਦਿੱਤਾ। ਆਹ ਤੁਸੀਂ ਦੇਖ ਸਕਦੇ ਹੋ ਉਹਨੂੰ ਦਾਣੇ ਖਵਾ ਕੇ ਜਿਹੜਾ ਉੱਪਰਲੀ ਫੋਟੋ ਦੇ ਵਿੱਚ ਲੇਖਕ ਕਾਂ ਨੂੰ ਉਡਾ ਰਿਹਾ ਹੈ, ਫਿਰ ਉਸ ਨੂੰ ਛੱਡ ਦਿੱਤਾ ਭਾਵ ਉਹਨੂੰ ਉਡਾ ਦਿੱਤਾ। ਪ੍ਰਸ਼ਨ ਨੰਬਰ ਕੱਕਾ, ਛੱਲੀਆਂ ਦੇ ਰਾਖੇ ਕੌਣ ਸਨ? ਉਹ ਫਸਲਾਂ ਦੀ ਰਾਖੀ ਕਿਵੇਂ ਕਰਦੇ ਸਨ? ਆਹ ਦੇਖੋ ਲੇਖਕ ਅਤੇ ਉਸਦੇ ਚਾਚਾ ਜੀ ਛੱਲੀਆਂ ਦੇ ਰਾਖੀ ਸਨ। ਉਹ ਮਣੇ 'ਤੇ ਖੜ੍ਹ ਕੇ ਆਪਣੀਆਂ ਫਸਲਾਂ ਦੀ ਰਾਖੀ ਕਰਦੇ ਸਨ। ਉੱਤਰ, ਕਹਾਣੀਕਾਰ, ਹੁਣ ਲੇਖਕ ਕਹਿ ਲਓ ਜਾਂ ਕਹਾਣੀਕਾਰ, ਕਿਉਂਕਿ ਕਹਾਣੀ ਆ ਇਸ ਨੂੰ ਲਿਖਣ ਵਾਲੇ ਨੂੰ ਕਹਾਣੀਕਾਰ ਕਹਾਂਗੇ। ਕਹਾਣੀਕਾਰ ਅਤੇ ਉਸ ਦਾ ਤਾਇਆ ਦੋਵੇਂ ਛੱਲੀਆਂ ਦੇ ਰਾਖੇ ਸਨ। ਤਾਇਆ ਮਣੇ ਉੱਪਰ ਬੈਠ ਕੇ ਪੀਪਾ ਖੜਕਾਉਂਦਾ ਅਤੇ ਕਹਾਣੀਕਾਰ ਉਸ ਦੇ ਦੱਸੇ ਅਨੁਸਾਰ ਪੰਛੀਆਂ ਨੂੰ ਉਡਾਉਣ ਲਈ ਭੱਜਦਾ। ਤਾਇਆ ਪੰਛੀਆਂ ਨੂੰ ਉਡਾਉਣ ਲਈ ਗੋਪੀਏ ਦੀ ਵਰਤੋਂ ਵੀ ਕਰਦਾ ਸੀ। ਇਸ ਪਾਠ ਨਾਲ ਸੰਬੰਧਿਤ ਕੁਝ ਔਖੇ ਸ਼ਬਦ ਅਤੇ ਉਹਨਾਂ ਦੇ ਅਰਥਾਂ ਨੂੰ ਆਓ ਅਸੀਂ ਜਾਣਦੇ ਹਾਂ। ਸਿਲਸਿਲਾ ਹੁੰਦਾ ਲੜੀ, ਰੁਝਾਨ, ਲਗਾਤਾਰ।
ਮਣਾ ਖੇਤ ਵਿੱਚ ਰਾਖੀ ਲਈ ਬਣਾਈ ਉੱਚੀ ਥਾਂ। ਲਾਚਾਰ, ਲਾਚਾਰ ਦਾ ਅਰਥ ਹੈ ਬੇਵੱਸ, ਜਿਹਦੀ ਕੋਈ ਪੇਸ਼ ਨਾ ਜਾਂਦੀ ਹੋਵੇ। ਟਿਕ ਟਿਕੀ ਗੌਰ ਨਾਲ ਦੇਖਣਾ ਜਾਂ ਲਗਾਤਾਰ ਦੇਖਣਾ। ਸਮਰੱਥ ਤੋਂ ਭਾਵ ਹੁੰਦਾ ਹੈ ਯੋਗ। ਗੋਪੀਆ ਪੰਛੀਆਂ ਨੂੰ ਉਡਾਉਣ ਲਈ ਬਣੀ ਹੋਈ ਜਾਲੀਦਾਰ ਰੱਸੀ। ਅੱਗੇ ਹੈ ਝੜੀ ਲੱਗਣਾ, ਲਗਾਤਾਰ ਮੀਂਹ ਪੈਣਾ। ਗੁਰੇਜ਼ ਕਰਨੇ ਤੋਂ ਭਾਵ ਹੁੰਦਾ ਰੁਕਣਾ ਜਾਂ ਪਰਹੇਜ਼ ਕਰਨਾ। ਨਿਗਰਾਨੀ ਤੋਂ ਭਾਵ ਹੈ ਰਾਖੀ ਜਾਂ ਚੌਕਸੀ ਕਰਨਾ। ਪਹੁੰਚੇ ਪੰਛੀਆਂ ਦੇ ਪੈਰਾਂ ਨੂੰ ਬੇਟਾ ਪਹੁੰਚੇ ਕਿਹਾ ਜਾਂਦਾ ਹੈ। ਅਹਿਸਾਸ ਹੋਣਾ, ਮਹਿਸੂਸ ਹੋਣਾ। ਸਾਹ ਸੱਤ ਨਾ ਹੋਣਾ, ਸਰੀਰ ਵਿੱਚ ਜਾਨ ਨਾ ਹੋਣਾ। ਅੱਗੇ ਹੈ ਵਾਕਾਂ ਵਿੱਚ ਵਰਤੋਂ। ਜਲ ਥਲ, ਚਾਰੇ ਪਾਸੇ ਪਾਣੀ ਹੀ ਪਾਣੀ ਹੋਣਾ। ਝੜੀ ਲੱਗਣ ਨਾਲ ਚਾਰੇ ਪਾਸੇ ਜਲ ਥਲ ਹੋ ਗਿਆ। ਰੌਲਾ ਗੌਲਾ, ਰੌਲਾ ਜਾਂ ਆਵਾਜ਼ਾਂ, ਪੀਪੇ ਦੇ ਰੌਲੇ ਗੌਲੇ ਨਾਲ ਪੰਛੀ ਉੱਡ ਜਾਂਦੇ ਹਨ। ਅੱਗੇ ਹੈ ਹੋ ਹੱਲਾ ਰੌਲਾ। ਹੋ ਹੱਲੇ ਤੋਂ ਭਾਵ ਹੈ ਰੌਲਾ। ਮੇਲੇ ਵਿੱਚ ਹੋ ਹੱਲਾ ਸੁਣ ਕੇ ਅਸੀਂ ਘਰ ਨੂੰ ਚੱਲ ਪਏ। ਅੱਗੇ ਹੈ ਗੁਲਗੁਲੇ, ਕਣਕ ਦਾ ਆਟਾ ਅਤੇ ਗੁੜ ਮਿਲਾ ਕੇ ਤਲੇ ਹੋਏ ਗੋਲ ਗੋਲ ਪਕਵਾਨ। ਸਾਉਣ ਮਹੀਨੇ ਵਿੱਚ ਘਰਾਂ ਵਿੱਚ ਗੁਲਗੁਲੇ ਬਣਾਏ ਜਾਂਦੇ ਹਨ। ਗੁੜਚ, ਅਰਥ ਹੈ ਕੱਪੜਿਆਂ ਅਤੇ ਸਰੀਰ ਦਾ ਚੰਗੀ ਤਰ੍ਹਾਂ ਪਾਣੀ ਆਦਿ ਵਿੱਚ ਭਿੱਜ ਜਾਣਾ। ਮੀਂਹ ਵਿੱਚ ਘਰ ਜਾਂਦਿਆਂ ਮੇਰੀ ਵਰਦੀ ਭਿੱਜ ਕੇ ਗੁੜਚ ਹੋ ਗਈ। ਫਿਰਨੀ, ਪਿੰਡ ਦੇ ਚਾਰੇ ਪਾਸੇ ਬਣਿਆ ਰਸਤਾ। ਅਸੀਂ ਪਿੰਡ ਦੀ ਫਿਰਨੀ ਦੀ ਸਫਾਈ ਕੀਤੀ। ਮਨੋਮਨੀ, ਭਾਵ ਮਨ ਵਿੱਚ। ਪ੍ਰੀਖਿਆ ਵਿੱਚ ਚੰਗੇ ਅੰਕ ਆਉਣ 'ਤੇ ਮੈਂ ਮਨੋਮਨੀ ਅਧਿਆਪਕਾਂ ਦਾ ਸ਼ੁਕਰਾਨਾ ਕੀਤਾ। ਸ਼ੁਕਰਾਨਾ, ਧੰਨਵਾਦ। ਕਿਸੇ ਤੋਂ ਮਦਦ ਲੈਣ 'ਤੇ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ। ਪ੍ਰਤੀਤ, ਮਹਿਸੂਸ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸਫ਼ਰ ਕਾਰਨ ਮੈਂ ਥੱਕ ਗਿਆ ਹਾਂ। ਡਿੰਗ ਭਰਨਾ, ਕਦਮ ਚੁੱਕਣਾ। ਮੀਂਹ ਕਾਰਨ ਮੈਂ ਵੱਡੇ ਵੱਡੇ ਡਿੰਗ ਭਰਦਾ ਘਰ ਨੂੰ ਤੁਰ ਪਿਆ। ਪੇਟ ਦੀ ਭੁੱਖ ਮਿਟਾਉਣੀ, ਕੁਝ ਖਾ ਕੇ ਖਾਲੀ ਪੇਟ ਭਰਨਾ। ਪੇਟ ਦੀ ਭੁੱਖ ਮਿਟਾਉਣ ਲਈ ਪੰਛੀ ਮੀਂਹ ਵਿੱਚ ਵੀ ਉੱਡ ਰਹੇ ਸਨ। ਸੋ ਇਹ ਸੀਗੇ ਬੇਟਾ ਜਿਹਨੂੰ ਅਸੀਂ ਕਹਾਂਗੇ ਸ਼ਬਦ ਅਰਥ ਅਤੇ ਉਹਨਾਂ ਦੀ ਵਰਤੋਂ। ਅਤੇ ਆਓ ਅਸੀਂ ਅੱਗੇ ਪੜ੍ਹਦੇ ਹਾਂ ਵਿਆਕਰਨ ਭਾਗ। ਜਿਵੇਂ ਕਿ ਇਹਦੇ ਵਿੱਚ ਤੁਸੀਂ ਦੇਖਦੇ ਹੋ ਵਿਆਕਰਨ ਭਾਗ ਦੇ ਵਿੱਚ ਯੋਜਕ, ਯੋਜਕ ਕੀ ਹੈ, ਇਸ ਦੀ ਵਰਤੋਂ ਕਿਵੇਂ ਹੁੰਦੀ ਹੈ ਉਹ ਜਾਣਦੇ ਹਾਂ। ਯੋਜਕ ਰੂਪ ਅਤੇ ਵਰਤੋਂ ਪੱਖੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਇਕਹਿਰੇ ਯੋਜਕ। ਜਿਹੜੇ ਯੋਜਕ ਇੱਕ ਹੀ ਸ਼ਬਦ ਦੇ ਬਣੇ ਹੁੰਦੇ ਹਨ ਉਹਨਾਂ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਹੈ। ਜਿਵੇਂ ਤੇ, ਅਤੇ, ਪਰ, ਕੇ, ਕਿਉਂਕਿ ਆਦਿ। ਇਹ ਬੇਟਾ ਇਕਹਿਰੇ ਨੇ। ਅੱਗੇ ਹੈ ਸੰਯੁਕਤ ਯੋਜਕ। ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕਾਂ ਨੂੰ ਸੰਯੁਕਤ ਯੋਜਕ ਆਖਿਆ ਜਾਂਦਾ ਹੈ। ਜਿਵੇਂ ਇਸ ਲਈ, ਇਹ ਬੇਟਾ ਇੱਕ ਹੈ ਪਰ ਇਹ ਸੰਯੁਕਤ ਹੈ। ਇਸ ਲਈ, ਤਾਂ ਕਿ, ਫਿਰ ਅੱਗੇ ਤਦ ਹੀ, ਫਿਰ ਵੀ, ਇਹ ਬੇਟਾ ਸੰਯੁਕਤ ਯੋਜਕ ਨੇ। ਹੇਠ ਲਿਖੇ ਵਾਕਾਂ ਵਿੱਚੋਂ ਰੂਪ, ਆਕਾਰ ਅਤੇ ਅਰਥਾਂ ਦੇ ਪੱਖ ਤੋਂ ਯੋਜਕ ਚੁਣੋ। ਹੁਣ ਇਹ ਵਾਕ ਦੇ ਵਿੱਚ ਜਿਹੜੇ ਬੇਟਾ ਮੋਟੇ ਮੋਟੇ ਸ਼ਬਦ ਨੇ ਉਹਨਾਂ ਨੂੰ ਸਮਝਣਾ ਹੈ, ਜਿਹੜੇ ਡਾਰਕ ਕੀਤੇ ਹੋਏ ਨੇ। ਕਿ ਜੇ, ਹੁਣ ਆਪਾਂ ਉੱਪਰ ਦੱਸਿਆ, ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਵਹਾਰ ਕਰਕੇ ਉਸ ਦਾ ਦਿਲ ਜਿੱਤਣ ਦਾ ਯਤਨ ਕਰਨਾ ਨੇਕੀ ਹੈ। ਹੁਣ ਆਖਰ 'ਚ ਆਪਾਂ ਇਹਨਾਂ ਨੂੰ ਕਲੀਅਰ ਕਰਾਂਗੇ। ਅਗਲਾ 2 ਨੰਬਰ, ਮੈਂ ਸੋਚਿਆ ਭੁੱਖੇ ਤੇ, ਜਿਵੇਂ ਉੱਪਰ ਜੇ, ਤਾਂ, ਮੈਂ ਸੋਚਿਆ ਭੁੱਖੇ ਤੇ ਬੇਵੱਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ। ਹੁਣ ਅੱਗੇ ਆ ਗਿਆ ਕਿਉਂਕਿ, ਜਿਵੇਂ ਉੱਪਰ ਪੜ੍ਹਿਆ ਸੀ ਤਾਂ ਕਿ, ਇਸ ਲਈ, ਕਿਉਂਕਿ
ਉਸਨੇ ਛੱਲੀ ਵੀ ਨਹੀਂ ਸੀ ਠੁੰਗੀ, ਤੇ ਜੇ ਤੇ ਆਪਾਂ ਪਹਿਲਾਂ ਪੜ੍ਹਦੇ ਆ ਰਹੇ ਹਾਂ, ਤੇ ਉਹ ਮੇਰਾ ਚੋਰ ਵੀ ਨਹੀਂ ਸੀ। ਅੱਗੇ ਹੈ ਤਾਇਆ ਚਾਹ ਤੇ ਗੁਲਗੁਲਿਆਂ ਦਾ ਆਨੰਦ ਲੈਣ ਲੱਗਾ। ਹੁਣ ਜਿਹਨਾਂ ਦੇ ਬੇਟਾ ਇੱਕ ਆ, ਤੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਇਹ ਇਕਹਿਰੇ ਯੋਜਕ ਨੇ, ਕਿਉਂਕਿ ਤਾਂ ਕਿ ਇਹ ਸਾਰੇ ਕਿਹੜੇ ਨੇ, ਸੰਯੁਕਤ ਆਪਾਂ ਜਿਹੜੇ ਯੋਜਕ ਨੇ। ਮੈਂ ਸੱਪ ਨੂੰ ਨਾ ਮਾਰਿਆ, ਉੱਪਰ ਦਿੱਤੇ ਹੀ ਪਿਆ ਬੇਟਾ ਸੰਯੁਕਤ 'ਚ, ਕਿਉਂਕਿ ਉਸਨੇ ਮੈਨੂੰ ਕੁਝ ਨਹੀਂ ਸੀ ਕਿਹਾ। ਅੱਗੇ ਤੂੰ ਮੈਨੂੰ ਇਸ ਦੀ ਥਾਂ ਇੱਕ ਨਿੱਕੀ ਜਿਹੀ ਸੂਈ ਲਿਆ ਕੇ ਦੇ, ਤਾਂ ਕਿ ਜਿਵੇਂ ਆਪਾਂ ਉੱਪਰ ਸੰਯੁਕਤ ਯੋਜਕ ਪੜ੍ਹਿਆ, ਮੈਂ ਪਟਾਕਿਆਂ ਨੂੰ ਜੋੜ ਸਕਾਂ। ਮੈਂ ਪਾਟਿਆਂ ਨੂੰ ਜੋੜ ਸਕਾਂ। 6 ਨੰਬਰ, ਮੈਂ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ। ਜਿਵੇਂ ਉੱਪਰ ਅਸੀਂ ਪਰ, ਤਾਂ, ਤੇ ਇਹ ਸਾਰੇ ਇਕਹਿਰੇ ਯੋਜਕ ਨੇ। ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ, ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ। ਹੁਣ ਬੇਟਾ ਜਿੱਥੇ ਅਸੀਂ ਤਾਂ, ਪਰ, ਜੇ, ਤਾਂ, ਤੇ ਸ਼ਬਦ ਸੁਣਨੇ ਨੇ, ਉਹ ਤਾਂ ਇਕਹਿਰੇ ਯੋਜਕ ਨੇ। ਜਿੱਥੇ ਕਿਉਂਕਿ ਸ਼ਬਦ ਆਇਆ ਅਤੇ ਤਾਂ ਕਿ ਸ਼ਬਦ ਆਇਆ, ਉਹ ਸੰਯੁਕਤ ਯੋਜਕ ਨੇ। ਸੋ ਵਿਆਕਰਨ ਦੇ ਵਿੱਚ ਜਿਵੇਂ ਅਸੀਂ ਯੋਜਕ ਪੜ੍ਹਦੇ ਹਾਂ, ਸੋ ਇਹ ਯੋਜਕ ਦੀਆਂ ਕਿਸਮਾਂ ਵੀ ਅਸੀਂ ਨੇ ਪੜ੍ਹੀਆਂ ਨੇ। ਅਤੇ ਉੱਪਰ ਅਸੀਂ ਨੇ ਜਿਹੜੇ ਇਹਦੇ ਵਿੱਚ ਜਿਵੇਂ ਅਸੀਂ ਵਾਕ ਬਣਾਉਣੇ ਹੁੰਦੇ ਨੇ, ਅਰਥ ਦੱਸ ਕੇ ਵਾਕ ਬਣਾਏ ਗਏ ਨੇ, ਆਪ ਜੀ ਨੂੰ ਸਮਝਾਏ ਗਏ ਨੇ, ਅਤੇ ਔਖੇ ਸ਼ਬਦਾਂ ਦੇ ਅਰਥ ਦੱਸੇ ਗਏ ਨੇ। ਪਾਠ ਵਿੱਚ ਕਾਂ ਦੀ ਫੋਟੋ ਦੇ ਰਾਹੀਂ ਕਾਂ ਦੀ ਕਹਾਣੀ ਜਿਵੇਂ ਉੱਪਰ ਲੇਖਕ ਨੇ ਪੇਸ਼ ਕਰੀ ਹੈ, ਇੱਕ ਸਥਿਤੀ ਦਿਖਾਈ ਗਈ ਹੈ ਕਿ ਬਾਰਿਸ਼ ਦੇ ਦਿਨਾਂ ਵਿੱਚ ਪੰਛੀ ਭਿੱਜ ਕੇ ਕਿਸ ਤਰ੍ਹਾਂ ਦੀ ਸਥਿਤੀ ਵਿੱਚ ਹੁੰਦੇ ਨੇ, ਅਤੇ ਇਹ ਪੂਰੇ ਚੈਪਟਰ ਦੇ ਕੁਐਸਚਨ ਆਨਸਰ ਆਪ ਜੀ ਨੂੰ ਕਰਵਾਏ ਗਏ ਨੇ ਇਸ ਵੀਡੀਓ ਦੇ ਮਾਧਿਅਮ ਰਾਹੀਂ। ਇਹਦੇ ਵਿੱਚ ਆਪਾਂ ਪੂਰਾ ਚੈਪਟਰ ਵੀ ਪੜ੍ਹਿਆ ਅਤੇ ਕੁਐਸਚਨ ਆਨਸਰ ਵੀ ਪੜ੍ਹੇ ਨੇ। ਸੋ ਉਮੀਦ ਕਰਦੇ ਹਾਂ ਜਿਹੜੇ ਬੱਚਿਆਂ ਨੇ ਇਹ ਚੈਪਟਰ ਨੂੰ ਆਪਣੀ ਪਾਠ ਪੁਸਤਕ ਵਿੱਚੋਂ ਪੜ੍ਹਿਆ ਹੈ, ਬਹੁਤ ਅੱਛੀ ਗੱਲ ਹੈ। ਨਹੀਂ, ਇਹ ਵੀਡੀਓ ਨੂੰ ਸੁਣਨ ਤੋਂ ਬਾਅਦ ਇੱਕ ਵਾਰ ਇਸ ਚੈਪਟਰ ਨੂੰ ਆਪਣੀ ਪਾਠ ਪੁਸਤਕ ਵਿੱਚੋਂ ਜ਼ਰੂਰ ਪੜ੍ਹਨਾ ਹੈ। 8ਵੀਂ ਜਮਾਤ ਦੇ ਵਿੱਚ ਜੋ ਵੀ ਪੰਜਾਬੀ ਵਿਸ਼ੇ ਦੇ ਚੈਪਟਰ ਨੇ ਜਾਂ ਗ੍ਰਾਮਰ ਹੈ, ਉਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।